ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ। ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੰਤੋ ਸੁਖ ਹੋਆ ਸਭ ਥਾਈ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ। ਸਭਨੀ ਜਾਈ ਪਾਰ ਬ੍ਰਹਮ ਪਰਮੇਸ਼ਰ, ਰਵ ਰਹਿਆ ਰਵ ਰਹਿਆ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ। ਕਿਰਪਾ ਦੇ ਸਾਗਰ, ਰਹਿਮਤਾਂ ਦੇ ਮੁਜੱਸਮੇ, ਦਇਆ ਤੇ ਧਰਮ ਦੇ ਸਾਗਰ, ਗਰੀਬ ਨਵਾਜ ਗੁਰੂ ਦਾਤਾ, ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਵੱਡ ਭਾਗੇ ਸਤ ਸੰਗੀ ਜਨੋ, ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਕੋਲੋਂ ਆਪ ਜੀ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਬਖਸ਼ੋ ਨਾਚੀਜ ਗੁਰੂ ਕੇ ਸੇਵਕ ਨੂੰ ਅਸੀਸ, ਤੇ ਬੜੇ ਸਤਿਕਾਰ ਸਹਿਤ ਬੁਲਾਓ ਜੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਪੜ੍ਹਿਆ ਭਾਈ ਸਾਹਿਬ ਹੋਰਾਂ ਨੇ, ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਇਹ ਸਵਾਲ ਹੈ, ਤਿੰਨ ਅੱਖਰ ਸਤ ਸੰਗਤ ਕੈਸੀ ਜਾਣੀਐ। ਫਿਰ ਜਵਾਬ ਦਿੰਦੇ ਸਤਿਗੁਰੂ ਮਹਾਰਾਜ, ਜਵਾਬ ਇਹ ਹੈ ਜਿੱਥੇ ਏਕੋ ਨਾਮ ਵਖਾਣੀਐ। ਜਿੱਥੇ ਇੱਕ ਨਾਮ ਦੀ ਚਰਚਾ ਹੈ, ਇੱਕ ਨਾਮ ਦੀ ਗੱਲ ਹੈ, ਉਹ ਹੈ ਸਤ ਸੰਗਤ। ਜਿੱਥੇ ਇੱਕ ਨਾਮ ਦਾ ਜਪ ਹੈ, ਉਹ ਹੈ ਸਤ ਸੰਗਤ। ਇੱਕ ਨਾਮ ਤੋਂ ਸਿਵਾਏ ਕੋਈ ਦੂਜੀ ਗੱਲ ਨਹੀਂ, ਕੋਈ ਦੁਨੀਆ ਦੀਆਂ ਰਾਜਨੀਤੀ ਦੀਆਂ ਗੱਲਾਂ ਨਹੀਂ, ਕਿਸੇ ਬਾਦਸ਼ਾਹ ਸਲਾਮਤ ਦੇ ਸਾਧ ਸੰਗਤ ਕਥਾ ਕਹਾਣੀਆਂ ਨਹੀਂ, ਕੇਵਲ ਰੱਬ ਦੀ ਗੱਲ ਸਤ ਸੰਗਤ। ਮਹਾਰਾਜ ਕਹਿੰਦੇ ਹਨ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਪਰਮਾਤਮਾ ਵੱਲੋਂ ਜੋ ਹੁਕਮ ਹੈ, ਉਹ ਹੁਕਮ ਹੈ ਨਾਮ ਜਪਣ ਦਾ ਹੁਕਮ। ਨਾਮ ਹੁਕਮ ਹੈ ਪਰਮਾਤਮਾ ਦਾ, ਇਉਂ ਵੀ ਆਖਿਆ ਜਾ ਸਕਦਾ ਹੈ। ਔਰ ਹੁਕਮ ਦੇ ਵਿੱਚ ਹੀ ਸਭ ਕੁਝ ਹੈ। ਹੁਣ ਦੂਜੇ ਬੰਨੇ ਸ਼ਬਦ ਪੜੋ, ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਤੇ ਇਹ ਨਾਮ ਕੀ ਹੈ? ਪਰਮਾਤਮਾ ਦਾ ਹੁਕਮ। ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ ਨਾਨਕ, ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਅੰਦਰੋਂ ਹਉਮੈ ਮਿਟ ਜਾਂਦੀ, ਜਿਹਨੂੰ ਹੁਕਮ ਦੀ ਸੋਝੀ ਆ ਜਾਂਦੀ। ਜਿਹੜਾ ਪਰਮਾਤਮਾ ਦੇ ਨਾਮ ਵਿੱਚ ਰਤਾ ਹੈ, ਅਰਥੇ ਦਾ ਇਉਂ ਨਿਕਲੇਗਾ, ਉਹਦੇ ਅੰਦਰ ਹਉਮੈ ਦਾ ਵੀ ਨਾਸ ਹੋ ਜਾਂਦਾ ਹੈ। ਮੈਂ ਮੇਰੀ ਉਹਦੇ ਅੰਦਰੋਂ ਖਤਮ, ਜਿਹਦੇ ਅੰਦਰ ਨਾਮ ਦਾ ਵਾਸਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ, ਹੁਕਮ ਪਛਾਨੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ।
ਜਿਹਨੇ ਹੁਕਮ ਪਛਾਣ ਲਿਆ, ਉਹਦੀ ਸਾਂਝ ਪੈ ਗਈ ਇੱਕ ਪ੍ਰਭੂ ਨਾਲ, ਉਸੇ ਨੂੰ ਬੰਦਾ ਆਖਿਆ ਜਾ ਸਕਦਾ, ਉਹੀ ਰੱਬ ਦਾ ਬੰਦਾ ਹੈ ਜਿਹਨੇ ਰੱਬ ਨਾਲ ਸਾਂਝ ਪਾਈ। ਦੂਜਾ ਲੱਖ ਆਖੀ ਜਾਏ ਮੇਰੇ ਵਰਗਾ ਮੈਂ ਰੱਬ ਦਾ ਬੰਦਾ, ਰੱਬ ਦਾ ਬੰਦਾ ਕਹਿਣ ਨਾਲ ਤੇ ਕੋਈ ਰੱਬ ਦਾ ਬੰਦਾ ਬਣਿਆ ਨਹੀਂ। ਰੱਬ ਦਾ ਬੰਦਾ ਉਹ ਹੈ ਜਿਹਨੇ ਰੱਬ ਨਾਲ ਸੱਚਮੁੱਚ ਦਿਲੋਂ ਸਾਂਝ ਪਾ ਲਈ। ਇਹਦਾ ਅਰਥ ਨਿਕਲੇਗਾ ਉਹ ਰੱਬ ਜੋਗਾ, ਰੱਬ ਉਹਦੇ ਜੋਗਾ। ਭਗਤ ਭਗਵਾਨ ਜੋਗਾ ਹੈ, ਭਗਵਾਨ ਭਗਤ ਜੋਗਾ ਹੈ। ਜਿਵੇਂ ਗੁਰੂ ਸਿੱਖ ਜੋਗਾ ਹੈ ਤੇ ਸਿੱਖ ਗੁਰੂ ਜੋਗਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਇਹ ਜੋ ਪਵਿੱਤਰ ਬਚਨ ਹਨ, ਜਿਹੜੇ ਭਗਤ ਹਨ, ਜੋ ਪਰਮਾਤਮਾ ਦੇ ਹਨ ਬੰਦੇ, ਜਿਨ੍ਹਾਂ ਨੇ ਨਾਮ ਜਪਿਆ ਪਰਮਾਤਮਾ ਦਾ, ਉਹ ਪਰਮਾਤਮਾ ਜੋਗੇ ਹੁੰਦੇ ਹਨ ਤੇ ਉਹਨਾਂ ਦੇ ਅੰਦਰ ਇੱਕ ਕਲਾ ਵਰਤਦੀ ਪਰਮਾਤਮਾ ਦੀ ਕਿਰਪਾ ਨਾਲ। ਕਲਾ ਇਹ ਉਹਨਾਂ ਦੇ ਅੰਦਰੋਂ ਮੈਂ ਮੇਰੀ ਮਿਟ ਜਾਂਦੀ। ਉੱਥੇ ਉਹ ਨਾਂ ਦਾ ਭਗਤ ਨਹੀਂ ਰਹਿੰਦਾ, ਉੱਥੇ ਭਗਤ ਦੀ ਥਾਂ ਤੇ ਭਗਵਾਨ ਵਰਤਦਾ ਹੈ। ਜਿਵੇਂ ਆਖਿਆ ਜਾ ਸਕਦਾ ਦੁਨੀਆ ਵਿੱਚ ਕਬੀਰ ਨਹੀਂ ਰਹੇ, ਮਾਫ ਕਰਨਾ, ਉਹ ਕਬੀਰ ਤੇ ਮਰ ਗਿਆ। ਕਦੋਂ ਦਾ ਮਰ ਗਿਆ? ਜਿਹੜਾ ਕਬੀਰ ਮਾਂ ਪਿਓ ਦੇ ਕਰਕੇ ਸੰਸਾਰ ਵਿੱਚ ਆਇਆ ਹੈ, ਉਹਨਾਂ ਦੀ ਥਾਂ ਉੱਤੇ ਇੱਕ ਨਵੇਂ ਕਬੀਰ ਦਾ ਜਨਮ ਹੋਇਆ ਹੈ। ਉਹ ਕਬੀਰ ਕੋਈ ਦੁਨੀਆਦਾਰ ਨਹੀਂ, ਉਹ ਕਬੀਰ ਸਵੈਮ ਰੱਬ ਹੈ, ਉਹ ਪਰਮਾਤਮਾ ਹੈ। ਇਸ ਕਰਕੇ ਭਗਤ ਤੇ ਭਗਵਾਨ ਵਿੱਚ ਫਰਕ ਵੀ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਉਹ ਹੁੰਦੇ ਹੀ ਆਪ ਸਾਈਂ, ਜਿਨ੍ਹਾਂ ਨੂੰ ਸਾਈਂ ਦਾ ਨਾਂ ਨਹੀਂ ਭੁੱਲਦਾ, ਉਹ ਸਾਈਂ ਦਾ ਹੀ ਰੂਪ ਹੋ ਜਾਂਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚ ਬਹੁਤ ਸਾਰੇ ਐਸੇ ਮਹਾਨ ਬਚਨ ਹਨ ਜਿਹਦੇ ਵਿੱਚ ਉਹਨਾਂ ਦੀ ਵਿਲੱਖਣਤਾ ਨੂੰ ਦਰਸਾਇਆ ਹੈ, ਜਿਹੜੇ ਰੱਬ ਜੋਗੇ ਹੋ ਗਏ। ਜਿਵੇਂ ਇੱਕ ਬਚਨ ਹੈ ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚ, ਭਗਤ ਨਾਮਦੇਵ ਜੀ ਆਪ ਕਹਿੰਦੇ, ਹਸਤ ਖੇਲਤ ਤੇਰੇ ਦਿਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਹਿਨੜੀ ਜਾਤ ਮੇਰੀ ਜਾਦ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਆਪ ਜੀ ਕਹਿੰਦੇ ਹਨ, ਹੁਣ ਕੀ ਹੋਇਆ ਜਦੋਂ ਧੱਕੇ ਦੇ ਦਿੱਤੇ ਵੱਡ ਜਾਤੀ ਵਾਲਿਆਂ ਨੇ, ਤੂੰ ਇੱਥੇ ਮੰਦਰ ਵਿੱਚ ਕੀ ਲੈਣ ਆਇਆ? ਉੱਠਣਾ ਪਿਆ। ਲੈ ਕਮਲੀ ਚੱਲਿਓ ਪਲਟਾਏ, ਦਿਹੁਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦਿਹੁਰਾ ਫਿਰੈ। ਦਿਹੁਰਾ ਹੀ ਫਿਰ ਗਿਆ, ਕਿਉਂਕਿ ਹੈ ਹੀ ਭਗਵਾਨ, ਭਗਤ ਦਾ ਪੱਖੀ ਭਗਵਾਨ, ਭਗਤ ਜੋਗਾ ਹੈ। ਸਾਧ ਸੰਗਤ ਸਾਰੇ ਉਹਦੇ ਹੁਕਮ ਵਿੱਚ ਹਨ, ਸਾਰਿਆਂ ਦੇ ਵਿੱਚ ਉਹ ਬੈਠਾ ਹੈ, ਪਰ ਪਹਿਲ ਦੇ ਆਧਾਰ ਤੇ ਭਗਤ ਦੀ ਉਹ ਪਰਵਰਿਸ਼ ਕਰਦਾ ਹੈ। ਉਹ ਨਾਥਾਂ ਦਾ ਨਾਥ ਹੈ ਤੇ ਸਾਧ ਸੰਗਤ ਅਨਾਥ ਹੈ, ਕੇਵਲ ਪਰਮਾਤਮਾ ਦਾ ਭਗਤ। ਦੁਨੀਆਦਾਰੀ ਦੇ ਵਿੱਚ ਅਨਾਥ ਹੈ ਭਗਤ ਪਰਮਾਤਮਾ ਦਾ, ਕਿਉਂਕਿ ਉਹਨੇ ਨਾਥ ਬਣਾਇਆ ਇੱਕ ਪਰਮਾਤਮਾ ਨੂੰ। ਗੱਲ ਥੋੜੀ ਜੀ ਪੇਚੀਦਾ ਹੈ, ਸਮਝਿਓ ਆਪ ਜੀ ਕਿਰਪਾ ਕਰਕੇ। ਜਿਵੇਂ ਅਸੀਂ ਕਹਿੰਦੇ ਆ ਨਾ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਇਹਦਾ ਵੀ ਇੱਕ ਬੜਾ ਡੂੰਘਾ ਅਰਥ ਨਿਕਲਦਾ ਹੈ। ਗੁਰੂ ਹੈ ਹੀ ਨਿਮਾਣਿਆਂ ਦਾ ਮਾਣ। ਜਿਹੜਾ ਮਾਣ ਲੈ ਕੇ ਆ ਗਿਆ, ਉਹਨੂੰ ਮਾਣ ਗੁਰੂ ਕਿਸ ਤਰ੍ਹਾਂ ਦੇ ਸਕਦਾ ਹੈ? ਜਿਹੜਾ ਪਹਿਲਾਂ ਹੀ ਠਾਕੁਰ ਸਮਝੀ ਫਿਰਦਾ ਹੈ ਆਪਣੇ ਆਪ ਨੂੰ, ਮੈਂ ਠਾਕੁਰ ਹਾਂ, ਤੇ ਆਕੜੀ ਹੋਈ ਧੌਣ, ਉਹਨੂੰ ਸਾਧ ਸੰਗਤ ਠਾਕੁਰ ਦੇ ਦਰੋਂ ਦਾਤ ਕਿਵੇਂ ਮਿਲੇਗੀ? ਇਸ ਕਰਕੇ ਨਿਮਾਣੇ ਨੂੰ ਮਾਣ ਮਿਲਦਾ ਹੈ, ਨਿਤਾਣੇ ਨੂੰ ਹੀ ਤਾਣ ਮਿਲਦਾ ਹੈ, ਨਥਾਵੇਂ ਨੂੰ ਹੀ ਥਾਂ ਮਿਲਦਾ ਹੈ, ਨਿਉਟੇ ਨੂੰ ਹੀ ਓਟ ਮਿਲਦੀ ਹੈ। ਗੁਰੂ ਹੈ ਹੀ ਨਿਆਸਰਿਆਂ ਦਾ ਆਸਰਾ। ਜਿਹਦੇ ਦੁਨੀਆ ਦੇ ਤਮਾਮ ਆਸਰੇ ਟੁੱਟ ਜਾਂਦੇ ਹਨ, ਉਹੀ ਆਸਰਾ ਰੱਬ ਕੋਲੋਂ, ਰੱਬ ਦਾ ਆਸਰਾ ਮੰਗਦਾ ਹੈ। ਰੱਬ ਉਹਨੂੰ ਆਪਣਾ ਆਸਰਾ ਦੇਣ ਲੱਗਿਆਂ ਦੇਰ ਵੀ ਨਹੀਂ ਕਰਦਾ। ਜਿੰਨੀ ਦੇਰ ਤੱਕ ਹਿਰਦੇ ਵਿੱਚ ਆਸਰੇ ਹਨ ਦੁਨੀਆ ਦੇ, ਉਨੀ ਦੇਰ ਤੱਕ ਕੋਈ ਰੱਬ ਦਾ ਆਸਰਾ ਮੰਗਦਾ ਹੀ ਨਹੀਂ, ਮੰਗ ਹੀ ਨਹੀਂ ਸਕਦਾ। ਜਦੋਂ ਆਸਰੇ ਟੁੱਟ ਜਾਂਦੇ ਦੁਨੀਆ ਦੇ, ਉਦੋਂ ਹੀ ਸੱਚਮੁੱਚ ਪੁਕਾਰ ਕਰਦਾ ਹੈ ਭਗਤ ਰੱਬ ਕੋਲੋਂ ਆਸਰੇ ਦੀ, ਉਸੇ ਵਕਤ ਉਹ ਦੇ ਦਿੰਦਾ ਹੈ ਆਪਣਾ ਆਸਰਾ। ਜਿਵੇਂ ਦ੍ਰੋਪਦੀ ਦਾ ਜ਼ਿਕਰ ਆਉਂਦਾ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਦੀ ਗਾਥਾ ਲਿਖੀ ਹੈ ਪੰਚਾਲੀ ਦੀ, ਤੇ ਬਚਨ ਬੜਾ ਪਿਆਰਾ ਹੈ। ਭਾਈ ਸਾਹਿਬ ਜੀ ਕਹਿੰਦੇ ਹਨ, ਜਿਸ ਵਕਤ ਦ੍ਰੋਪਦੀ ਦੇ ਸਾਰੇ ਆਸਰੇ ਟੁੱਟ ਗਏ, ਕਿਉਂਕਿ ਅਜੇ ਤੱਕ ਤੇ ਆਸਰਾ ਹੈ, ਭਾਵੇਂ ਦੁਰਯੋਧਨ ਨੇ ਆਖ ਦਿੱਤਾ ਇਹਨੂੰ ਨਿਰਵਸਤਰ ਕਰ ਦਿਓ, ਪਰ ਆਸਰਾ ਹੈ। 5 ਪਾਂਡਵ ਬੈਠੇ ਮੇਰੇ, ਇਹਨਾਂ ਦੇ ਜਿਉਂਦਿਆਂ ਇਹ ਕਿਵੇਂ ਕੁਝ ਕਰ ਸਕਦਾ ਮੇਰੇ ਨਾਲ ਦੁਰਵਿਹਾਰ, ਪਰ ਉਹਨੂੰ ਕੀ ਪਤਾ ਵਿਚਾਰੀ ਨੂੰ, ਪੰਜੇ ਤੇ ਮੈਨੂੰ ਪਾਂਡਵ ਹਾਰ ਬੈਠੇ ਜੂਏ ਦੇ ਅੰਦਰ,
ਔਰ ਇੱਕ ਵਸਤੂ ਸਮਝ ਕੇ ਵਰਤਿਆ ਗਿਆ। ਅੱਜ ਤੱਕ ਔਰਤ ਨੂੰ ਹਾਰ ਗਏ, ਕਿਉਂਕਿ ਦਾਅ ਤੇ ਲਾ ਲਈ, ਚੀਜ਼ ਸਮਝ ਕੇ, ਵਸਤੂ ਸਮਝ ਕੇ। ਬਰਾਬਰ ਦਾ ਹੱਕ ਤੇ ਹੈ ਹੀ ਨਹੀਂ ਸੀ, ਹਾਰ ਗਏ। ਹੁਣ ਉਹਨਾਂ ਦਾ ਹੱਕ ਨਹੀਂ ਆਪਣੀ ਹੀ ਘਰਵਾਲੀ ਦੇ ਉੱਤੇ, ਕਿਉਂਕਿ ਜੂਏ ਵਿੱਚ ਹਾਰ ਗਏ। ਹੱਕ ਜਿੰਨੇ ਜਿੱਤੀ ਦੁਰਯੋਧਨ ਕਹਿੰਦਾ ਇਹਨੂੰ ਨਿਰਵਸਤਰ ਕਰ ਦਿਓ। ਤੇ ਬੜਾ ਪਿਆਰਾ ਬਚਨ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ, ਪੰਜੇ ਪਾਂਡਵ ਵੇਖਦੇ ਔਕੜ ਰੁੱਧੀ ਨਾਰ, ਜਿਨ੍ਹਾਂ ਦੀ ਨਾਰ ਅੱਜ ਬੜੀ ਵੱਡੀ ਮੁਸੀਬਤ ਵਿੱਚ ਹੈ, ਘਰ ਵਾਲੀ, ਉਹ ਵੇਖਦੇ ਕੁਝ ਕਰ ਨਹੀਂ ਸਕਦੇ। ਹੁਣ ਉੱਥੇ ਬੈਠਾ ਹੈ ਧ੍ਰਿਤਰਾਸ਼ਟਰ, ਉਹ ਸਾਧ ਸੰਗਤ ਅੱਖਾਂ ਕਰਕੇ ਤੇ ਅੰਨਾ ਹੀ ਖਿਮਾ ਕਰਨਾ, ਉਹ ਦਿਲੋਂ ਵੀ ਅੰਨਾ ਹੈ, ਕਿਉਂਕਿ ਚੀਖਾਂ ਪੁਕਾਰਾਂ ਉਹਨੂੰ ਉਸ ਵਿਚਾਰੀ ਦੀਆਂ ਨਹੀਂ ਸੁਣੀਆਂ, ਜਿਹਨੇ ਪੁਕਾਰ ਤੇ ਕੀਤੀ ਹੋਣੀ ਸਭਾ ਦੇ ਅੰਦਰ, ਪਰ ਉਹਦੇ ਹੱਕ ਵਿੱਚ ਨਹੀਂ ਬੋਲ ਸਕਿਆ। ਹਾਂ ਦਾ ਨਾਰਾ ਮਾਰਨ ਵਾਲਾ ਕੋਈ ਵੀ ਨਹੀਂ ਉਸ ਸਭਾ ਦੇ ਅੰਦਰ, ਸਾਰੇ ਹੀ ਅੰਨੇ, ਭਾਵੇਂ ਉਹਨਾਂ ਕੋਲ ਅੱਖਾਂ ਹੋਣ, ਦੁਨਿਆਵੀ ਅੱਖਾਂ ਹਨ, ਪਰ ਅੰਦਰੋਂ ਦਿਲ ਕਰਕੇ ਤੇ ਅੰਨੇ ਹਨ। ਇਸ ਕਰਕੇ ਕੋਈ ਹੱਕ 'ਚ ਨਹੀਂ ਬੋਲਣ ਵਾਲਾ। ਹੁਣ ਜਦੋਂ ਸਾਰੀ ਸਭਾ ਉਲਟ ਹੈ, ਹੁਣ ਕੀ ਕਰ ਸਕਦੀ? ਰੱਬ ਦਾ ਹੀ ਆਸਰਾ ਮੰਗੇਗੀ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ, ਅੱਖੀ ਮੀਟ ਧਿਆਨ ਧਰ, ਹੁਣ ਧਿਆਨ ਟਿਕ ਗਿਆ, ਤੇਰੇ ਤੋਂ ਬਿਨਾ ਮੇਰੀ ਬਾਹ ਹੁਣ ਕੌਣ ਫੜੇਗਾ। ਅੱਖੀ ਮੀਟ ਧਿਆਨ ਧਰ, ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਆਪ ਜੀ ਕਹਿੰਦੇ, ਕੱਪੜ ਕੋਟ ਉਸਾਰਿਓਨ, ਥੱਕੇ ਦੂਤ ਨਾ ਪਾਰ ਵਸਾਂਦੀ। ਕੋਟ ਕੱਪੜ ਦਾ ਮਤਲਬ ਇੰਨਾ ਕੱਪੜਾ ਦ੍ਰੋਪਦੀ ਦੇ ਸਰੀਰ ਤੋਂ ਲੱਥਾ ਕਿ ਸਭਾ ਵਿੱਚ ਇੱਕ ਬੰਨਿਓ ਦੂਜੇ ਬੰਨੇ ਕੁਝ ਨਹੀਂ ਦਿਖਾਈ ਦਿੰਦਾ, ਕੱਪੜੇ ਦਾ ਢੇਰ ਲੱਗ ਗਿਆ। ਇੰਨਾ ਕੱਪੜਾ ਸਰੀਰ ਤੋਂ ਉਤਰਿਆ, ਪਰ ਪ੍ਰਮਾਤਮਾ ਜੀ ਦੀ ਲਾਜ ਰੱਖੇ, ਜਿਹਦੀ ਪੱਤ ਪ੍ਰਮਾਤਮਾ ਟੱਕੇ, ਉਹਦੀ ਪੱਤ ਦੁਨੀਆ ਵਿੱਚ ਕਿਸ ਤਰ੍ਹਾਂ ਨਸ਼ਰ ਹੋ ਸਕਦੀ। ਜਿਸ ਪੱਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਏ। ਜਿਹਦੇ ਵੱਲ ਰੱਬ ਹੈ, ਸਾਧ ਸੰਗਤ ਸਾਰੀ ਦੁਨੀਆ ਉਹਦੇ ਉਲਟ ਹੋ ਜਾਏ, ਕੁਝ ਨਹੀਂ ਕੁਝ ਵਿਗਾੜ ਸਕਦਾ ਉਹਦਾ। ਰੱਬ ਵੱਲ ਚਾਹੀਦਾ, ਗੁਰੂ ਵੱਲ ਚਾਹੀਦਾ, ਦੁਨੀਆਦਾਰਾਂ ਤੋਂ ਕੀ ਲੈਣਾ ਹੈ। ਖਿਮਾ ਕਰਨਾ ਬੰਦੇ ਦੀ ਫਿਤਰਤ ਤੇ ਇਹ ਹੈ, ਦੁਨੀਆ ਚਾਹੀਦੀ, ਰੱਬ ਤੋਂ ਕੀ ਲੈਣਾ। ਇਸ ਕਰਕੇ ਮਹਾਰਾਜ ਕਹਿੰਦੇ, ਦੁਨੀਆ ਕਾਰਨ ਦੀਨ ਗਵਾਇਆ। ਇਹਨੇ ਕੀ ਕੀਤਾ? ਉਲਟਾ ਚੱਲਿਆ, ਦੀਨ ਛੱਡ ਦਿੱਤਾ, ਧਰਮ ਛੱਡ ਦਿੱਤਾ, ਗੁਰੂ ਛੱਡ ਦਿੱਤਾ, ਅਸੂਲ ਜ਼ਿੰਦਗੀ ਵਿੱਚੋਂ ਗਵਾ ਬੈਠਾ ਹੈ। ਕਿਸ ਕਰਕੇ? ਦੁਨੀਆ ਕਰਕੇ। ਦੁਨੀਆ ਨਾਲ ਨਹੀਂ ਨਿਭਦੀ। ਇੱਕ ਪਲ ਲਈ ਮੈਨੂੰ ਖਿਮਾ ਕਰਨਾ, ਜਿਨਨੇ ਸਾਧ ਸੰਗਤ ਪਰਮਾਤਮਾ ਦਾ ਨਿਯਮ ਤੋੜਿਆ, ਉਹ ਸਾਧ ਸੰਗਤ ਕਿਸੇ ਜੋਗਾ ਵੀ ਨਹੀਂ, ਕਿਸੇ ਧਰਮ ਦਾ ਹੈ ਹੀ ਨਹੀਂ। ਉਹਨੂੰ ਨਹੀਂ ਆਖਿਆ ਜਾ ਸਕਦਾ ਇਹ ਹਿੰਦੂ ਧਰਮ ਦਾ ਹੈ, ਮੁਸਲਮਾਨ ਹੈ, ਈਸਾਈ ਹੈ, ਇਹ ਯਹੂਦੀ ਹੈ, ਪਾਰਸੀ ਹੈ, ਬੁੱਧ ਹੈ, ਇਹ ਜੈਨੀ ਹੈ, ਸਿੱਖ ਹੈ, ਨਹੀਂ। ਜਿਨਨੇ ਨਿਯਮ ਤੋੜਿਆ, ਜਿਨਨੇ ਪਰਮਾਤਮਾ ਦੀ ਕੁਦਰਤ ਨਾਲ ਖਿਲਵਾੜ ਕੀਤਾ ਹੈ, ਆਪ ਜੀ ਮੇਰਾ ਇਸ਼ਾਰਾ ਸਮਝ ਹੀ ਗਏ ਹੋ, ਉਹ ਸਾਧ ਸੰਗਤ ਧਰਮੀ ਨਹੀਂ ਹੋ ਸਕਦਾ ਘੱਟੋ ਘੱਟ। ਜਿਹੜਾ ਦੂਜੀ ਗੱਲ, ਜਿਹੜਾ ਰੱਬ ਦਾ ਨਹੀਂ ਬਣਿਆ, ਉਹ ਦੁਨੀਆ ਦਾ ਕਿਸ ਤਰ੍ਹਾਂ ਬਣ ਸਕਦਾ ਇਮਾਨਦਾਰੀ ਨਾਲ। ਹੁਣ ਅਗਲੀ ਵਿਚਾਰ ਸਰਵਣ ਕਰੋ। ਭਗਤ ਨੇ ਭਗਵਾਨ ਦੇ ਨਾਲ ਸਾਂਝ ਪਾਈ, ਤੇ ਭਗਵਾਨ ਅਹਿਸਾਨ ਫਰਾਮੋਸ਼ ਨਹੀਂ ਕਿ ਉਹ ਭਗਤ ਨੂੰ ਛੱਡ ਦੇਵੇਗਾ, ਉਹ ਰੱਖਿਆ ਕਰਦਾ ਹੈ, ਅੰਗ ਸੰਗ ਵਰਤਦਾ ਹੈ। ਜਿਸ ਤਰ੍ਹਾਂ ਨਾਲ ਸਿਕੰਦਰ ਲੋਧੀ ਦਾ ਰਾਜ ਹੈ ਕਾਂਸ਼ੀ ਦੇ ਅੰਦਰ, ਇਹਦਾ ਪਹਿਲਾ ਨਾਂ ਸੀ ਕਾਂਸ਼ੀ, ਫਿਰ ਤਬਦੀਲ ਹੋ ਜਾਂਦੇ ਨੇ ਸਮੇਂ ਦੇ ਅਨੁਸਾਰ ਨਾਂ। ਜਿਸ ਤਰ੍ਹਾਂ ਨਾਲ ਪ੍ਰਯਾਗ ਰਾਜ ਤ੍ਰਿਵੇਣੀ, ਉੱਥੇ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਗਏ, ਹੁਣ ਉਹਦਾ ਨਾਂ ਸਾਧ ਸੰਗਤ ਪ੍ਰਯਾਗ ਰਾਜ ਨਹੀਂ, ਇਲਾਹਾਬਾਦ ਹੈ। ਕਿਉਂਕਿ ਜਦੋਂ ਇਸਲਾਮੀ ਹਕੂਮਤ ਹਿੰਦੁਸਤਾਨ ਦੇ ਅੰਦਰ ਆਈ, ਉਹਨਾਂ ਨੇ ਆਪਣਾ ਸਿੱਕਾ ਜਮਾਇਆ, ਨਾਂ ਬਦਲ ਦਿੱਤੇ। ਔਰ ਇਸ ਤਰ੍ਹਾਂ ਨਾਲ ਇਸਲਾਮਕ ਧਰਮ ਦੇ ਮੁਤਾਬਕ ਜਗ੍ਹਾ ਜਗ੍ਹਾ ਦੇ ਨਾਂ ਟਿਕੇ। ਬਹੁਤ ਸਾਰੇ ਵੱਡੇ ਵੱਡੇ ਸ਼ਹਿਰ ਹਨ ਜਿਨ੍ਹਾਂ ਦੇ ਨਾਂ ਤਬਦੀਲ ਹੋਏ ਹਨ। ਖੈਰ, ਜਦੋਂ ਗੁਰੂ ਨਾਨਕ ਸਾਹਿਬ ਗਏ ਪ੍ਰਯਾਗ ਰਾਜ, ਤ੍ਰਿਵੇਣੀ, ਇੱਥੇ 3 ਵੱਡੀਆਂ ਵੱਡੀਆਂ ਨਦੀਆਂ ਦਾ ਸੰਗਮ, ਇਸ ਕਰਕੇ ਇਹਨੂੰ ਤ੍ਰਿਵੇਣੀ ਕਿਹਾ ਜਾਂਦਾ ਹੈ। ਉੱਥੇ ਇੱਕ ਗੱਲ ਸਾਧ ਸੰਗਤ ਮਸ਼ਹੂਰ ਸੀ, ਇੱਕ ਬੜਾ ਵੱਡਾ ਬੋੜ ਦਾ ਦਰਖਤ, ਉਹਦਾ ਨਾਂ ਸੀ ਅਕਸ਼ੈ ਵੱਟ। ਅਕਸ਼ੈ ਵੱਟ, ਵੱਟ ਦਾ ਮਤਲਬ ਹੁੰਦਾ ਬੋੜ, ਜਿਹਦੇ ਵਿੱਚ ਪ੍ਰਕਾਸ਼ ਹੈ, ਕਹਿ ਸਕਦੇ ਹਾਂ ਇਸ ਤਰ੍ਹਾਂ। ਬੋੜ ਦਾ ਦਰਖਤ, ਕਹਿੰਦੇ ਸਨ ਧਰਮ ਦੇ ਪੁਜਾਰੀ ਕਿ ਇਸ ਬੋੜ ਦੇ ਦਰਖਤ ਤੋਂ ਜਿਹੜਾ ਹੇਠਾਂ ਡਿੱਗ ਕੇ ਮਰੇਗਾ, ਮਰਨ ਤੋਂ ਪਹਿਲਾਂ ਆਪਣਾ ਸਭ ਕੁਝ ਦਾਨ ਕਰਕੇ ਉਹ ਸਿੱਧਾ ਸਵਰਗਾਂ ਨੂੰ ਜਾਏਗਾ। ਬਹੁਤ ਸਾਰੇ ਲੋਕ ਮਰਦੇ ਰਹੇ। ਇਸ ਤਰ੍ਹਾਂ ਨਾਲ ਧਰਮ ਦੇ ਨਾਂ ਤੇ ਠੱਗੀ ਹੁੰਦੀ ਰਹੀ। ਫਿਰ ਉਸ ਤੋਂ ਬਾਅਦ ਇਹ ਜਦੋਂ ਜਹਾਂਗੀਰ ਦਾ ਰਾਜ ਆਇਆ, ਇਹਨੇ ਇਸ ਬੋੜ ਦੇ ਦਰਖਤ ਨੂੰ ਕਟਵਾ ਕੇ ਸੁਟਵਾ ਦਿੱਤਾ ਸੀ। ਇਹ ਦੁਕਾਨਦਾਰੀ ਤਾਂ ਕਿਤੇ ਜਾ ਕੇ ਬੰਦ ਹੋਈ। ਇੱਕ ਹੋਰ ਘਟਨਾ ਸਰਵਣ ਕਰ ਲਓ। ਜਿਹੜੀ ਇਹ ਕਾਂਸ਼ੀ ਹੈ,
ਇੱਥੇ ਵੀ ਇਸ ਤਰ੍ਹਾਂ ਹੁੰਦਾ ਰਿਹਾ। ਇੱਥੇ ਇੱਕ ਬੜਾ ਵੱਡਾ ਮੰਦਰ, ਉਹ ਜਿਹੜਾ ਮੰਦਰ ਸੀ ਉਸ ਮੰਦਰ ਦੇ ਅੰਦਰ ਇੱਕ ਆਰਾ ਰੱਖਿਆ ਹੋਇਆ ਸੀ। ਉਸ ਆਰੇ ਦਾ ਨਾਂ ਸੀ ਸ਼ਿਵ ਕਰਵੱਤਰ। ਸ਼ਿਵ ਕਰਵੱਤਰ, ਕਰਵੱਤਰ ਆਖੀ ਦਾ ਆਰੇ ਨੂੰ ਕਹਿੰਦੇ ਸੀ ਇਹ ਸ਼ਿਵ ਜੀ ਦਾ ਆਰਾ ਹੈ, ਸਵਰਗਾਂ ਵਿੱਚੋਂ ਆਇਆ, ਵਿਸ਼ੇਸ਼ਵਰ ਨਾਥ ਦਾ ਮੰਦਰ। ਔਰ ਇਸ ਤਰ੍ਹਾਂ ਕਿਹਾ ਜਾਂਦਾ ਸੀ ਜਿਹੜਾ ਆਰੇ ਦੇ ਨਾਲ ਆਪਣਾ ਸਰੀਰ ਚਰਵਾ ਲਵੇਗਾ, ਆਪਣਾ ਸਾਰਾ ਕੁਝ ਮਰਨ ਤੋਂ ਬਾਅਦ ਪਹਿਲਾਂ ਦਾਨ ਕਰ ਦਵੇ, ਪਾਂਡਿਆਂ ਨੂੰ ਸਾਨੂੰ ਦਾਨ ਕਰੇ, ਸਾਰਾ ਕੁਝ ਦੇ ਦਵੇ ਤੇ ਉਸ ਤੋਂ ਬਾਅਦ ਆਰੇ ਨਾਲ ਚਿਰ ਜਾਵੇ, ਉਹ ਸਿੱਧਾ ਸਵਰਗਾਂ ਵਿੱਚ ਜਾਏਗਾ। ਇਹਦਾ ਜ਼ਿਕਰ ਵੀ ਮਹਾਰਾਜ ਨੇ ਬਾਣੀ ਵਿੱਚ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਨ, ਕਿਉਂਕਿ ਆਪ ਜੀ ਬਹੁਤ ਲੰਮਾ ਸਮਾਂ ਰਹੇ ਇਸ ਕਾਂਸ਼ੀ ਦੇ ਅੰਦਰ ਤੇ ਧਰਮ ਦਾ ਯੁੱਧ ਇਹਨਾਂ ਨੇ ਬੜਾ ਲੜਿਆ, ਬਹੁਤ ਲੜਿਆ, ਬੜੀਆਂ ਵਿਚਾਰਾਂ ਇਹਨਾਂ ਨੇ ਸਵੱਛ ਸੰਸਾਰ ਨੂੰ ਦਿੱਤੀਆਂ। ਗੰਦਲੀਆਂ ਵਿਚਾਰਾਂ ਵਾਲਿਆਂ ਨੇ ਇਹਨਾਂ ਦੀਆਂ ਵਿਚਾਰਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ, ਇਹਨੂੰ ਵਿਚਾਰਾਂ ਦਾ ਜੰਗ ਆਖਿਆ ਜਾਂਦਾ ਹੈ। ਆਪ ਜੀ ਕਹਿੰਦੇ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਜੋ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਇਸ ਤਰ੍ਹਾਂ ਨਾਲ ਸਿਕੰਦਰ ਲੋਧੀ ਦਾ ਰਾਜ ਸੀ ਕਾਂਸ਼ੀ ਦੇ ਅੰਦਰ। 5-7 ਮਿੰਟ ਮੈਂ ਤੁਹਾਡੇ ਹੋਰ ਲਵਾਂਗਾ, ਵਕਤ ਬਹੁਤ ਹੋ ਗਿਆ, ਫਿਰ ਸਮਾਪਤੀ ਕਰ ਦੇਣਾ। ਜਾ ਕੇ ਕਬੀਰ ਸਾਹਿਬ ਦੇ ਉਲਟ ਬ੍ਰਾਹਮਣਾਂ ਨੇ ਆਖਿਆ ਸਿਕੰਦਰ ਲੋਧੀ ਨੂੰ, ਤੇ ਜਿਹੜੇ ਕੱਟੜ ਸ਼ਹਿਰਾਂ ਦੇ ਵਿੱਚ ਸਨ ਸਾਧ ਸੰਗਤ, ਮੁੱਲਾਂ ਇਤਿਆਦਿਕ ਲੋਕ, ਕਹਿੰਦੇ ਇਹ ਤੇ ਧਰਮ ਵਾਸਤੇ ਖਤਰਾ ਹੈ, ਕਿਉਂਕਿ ਨਾ ਇਹ ਮੁਸਲਮਾਨ ਹੈ ਨਾ ਇਹ ਹਿੰਦੂ ਹੈ, ਇਸ ਕਰਕੇ ਦੋਵਾਂ ਦੇ ਧਰਮ ਲਈ ਖਤਰਾ ਹੈ, ਇਹਦੀ ਸਾਰ ਲਵੋ। ਸਿਕੰਦਰ ਲੋਧੀ ਨੂੰ ਆਖਿਆ ਕਬੀਰ ਸਾਹਿਬ ਦੀ ਸਾਰ ਲਵੋ, ਇਹ ਖਤਰਾ ਹੈ। ਤੇ ਸਾਧ ਸੰਗਤ, ਦੁਨੀਆ ਦੇ ਲਈ ਕਦੇ ਭਗਤ ਖਤਰਾ ਬਣ ਹੀ ਨਹੀਂ ਸਕਦਾ। ਇਹ ਕਿਵੇਂ ਹੋਵੇਗਾ ਕਿ ਭਗਤ ਜਿਹਨੇ ਰੱਬ ਦਾ ਨਾਂ ਜਪਿਆ ਉਹ ਦੁਨੀਆ ਲਈ ਖਤਰਾ ਬਣ ਜਾਏ? ਖਤਰਾ ਨਹੀਂ ਕਿਸੇ ਪ੍ਰਕਾਰ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ, ਪਰ ਦੁਨੀਆਦਾਰਾਂ ਨੇ ਉਹਨਾਂ ਨੂੰ ਦੇਗ ਦੇ ਵਿੱਚ ਉਬਾਲਿਆ, ਤੱਤੀ ਤਵੀ ਤੇ ਬਿਠਾਇਆ। ਗੁਰੂ ਤੇਗ ਬਹਾਦਰ ਸਾਹਿਬ ਤੋਂ ਕੀ ਖਤਰਾ ਹੈ? ਚਾਂਦਨੀ ਚੌਂਕ ਵਿੱਚ ਉਹਨਾਂ ਦਾ ਸੀਸ ਕੱਟ ਦਿੱਤਾ। ਇਸ ਕਰਕੇ ਕਿਉਂਕਿ ਦੁਨੀਆ ਦੇ ਲੋਕਾਂ ਨਾਲ ਤਾਲਮੇਲ ਨਹੀਂ ਬੈਠਦਾ, ਤਾਂ ਕਰਕੇ ਵਿਚਾਰਾਂ ਨਹੀਂ ਬੈਠਦੀਆਂ ਇਹਨਾਂ ਦੀਆਂ ਵਿਚਾਰਾਂ ਨਹੀਂ ਬੈਠਦੀਆਂ ਭਗਤਾਂ ਦੇ ਨਾਲ। ਇਹ ਭਗਤਾਂ ਨੂੰ ਆਪਣੇ ਤੋਂ ਉਲਟ ਸਮਝ ਬੈਂਦੇ। ਚੱਲਣ ਵਾਲੇ ਤੇ ਦੁਨੀਆਦਾਰ ਨੇ ਉਲਟ, ਭਗਤ ਤੇ ਹਮੇਸ਼ਾ ਹੀ ਭਗਵਾਨ ਦੇ ਹੁਕਮ ਵਿੱਚ ਚੱਲਦੇ। ਮਹਾਰਾਜ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਵਿਚਾਰ ਨਹੀਂ ਰਲਦੀ ਤਾਂ ਜੋੜ ਨਹੀਂ। ਕਦੇ ਵੀ ਦੁਨੀਆ ਵਿੱਚ ਜਿਹੜਾ ਰਿਸ਼ਤਾ ਹੈ ਨਾ, ਭਾਵੇਂ ਉਹ ਪਿਓ ਪੁੱਤ ਦਾ ਹੀ ਰਿਸ਼ਤਾ ਕਿਉਂ ਨਾ ਹੋਵੇ, ਜਦੋਂ ਵਿਚਾਰ ਨਹੀਂ ਰਲੇਗੀ, ਵਿਚਾਰ ਵਿੱਚ ਤਕਰਾਰ ਹੈ, ਉੱਥੇ ਸਾਧ ਸੰਗਤ ਰਿਸ਼ਤਾ ਨੇਸ਼ ਤੋਂ ਨਾਬੂਦ ਹੋ ਜਾਂਦਾ, ਟੁੱਟ ਜਾਂਦਾ। ਵਿਚਾਰ ਦਾ ਰਿਸ਼ਤਾ ਵੱਡਾ ਹੈ, ਜਿੱਥੇ ਵਿਚਾਰਾਂ ਰਲ ਗਈਆਂ ਉੱਥੇ ਗੰਢ ਬਣ ਜਾਵੇਗੀ। ਮਿੱਤਰ ਵੀ ਉਹੀ ਉਹਦਾ ਪੱਕਾ ਬਣਦਾ ਜਿੱਥੇ ਵਿਚਾਰਾਂ ਰਲ ਜਾਣ। ਖੈਰ ਬਾਬਾ ਕਬੀਰ ਸਾਹਿਬ ਨੂੰ ਸੱਦਿਆ ਜਦੋਂ ਸਿਕੰਦਰ ਲੋਧੀ ਨੇ, ਕਹਿੰਦੇ ਤੂੰ ਕਿਉਂ ਨਹੀਂ ਆਉਂਦਾ ਸ਼ਹਿਰਾਂ ਦੇ ਵਿੱਚ ਤੇ ਸੁਨਤ ਕਰਾ। ਬਾਬਾ ਜੀ ਕਹਿੰਦੇ ਹਨ, ਜੋ ਰੇ ਖੁਦਾਏ ਮੋਕੋ ਤੁਰਕ ਕਰੇਗਾ ਆਪਨ ਹੀ ਕਟ ਜਾਈ। ਰਹੀ ਸ਼ਹਿਰਾਂ ਦੀ ਗੱਲ ਕਿ ਸ਼ਹਿਰਾਂ ਇਹ ਗੱਲ ਕਹਿੰਦੀ ਹੈ, ਆਪ ਜੀ ਕਹਿੰਦੇ ਸੁਨਤ ਕੀਏ ਜੋ ਤੁਰਕ ਹੋਏਗਾ, ਔਰਤ ਕਿਆ ਕਿਆ ਕਰੀਏ। ਅਰਧ ਸਰੀਰੀ ਨਾਰ ਨਾ ਛੋੜੈ ਤਾਂ ਤੇ ਹਿੰਦੂ ਹੀ ਰਹੀਏ। ਫਿਰ ਕਹਿੰਦੇ ਔਰਤ ਦਾ ਕੀ ਕਰੀਏ। ਇਸ ਤਰ੍ਹਾਂ ਨਾਲ ਸਜ਼ਾ ਸੁਣਾਈ ਗਈ। ਸਜ਼ਾ ਸੁਣਾਈ, ਕਹਿੰਦੇ ਇਹ ਤੇ ਖਤਰਾ ਹੈ, ਵਾਕਈ ਬੜਾ ਵੱਡਾ ਖਤਰਾ ਹੈ ਇਹਦੇ ਤੋਂ, ਇਹਨੂੰ ਚੁੱਕ ਕੇ ਸੁੱਟ ਦਿਓ ਨਦੀ ਦੇ ਅੰਦਰ। ਦਰਿਆ ਵਿੱਚ ਸੁੱਟਣ ਦਾ ਹੁਕਮ ਕੀਤਾ, ਗੰਗਾ ਵਿੱਚ। ਲੰਮੀ ਚੌੜੀ ਮੈਂ ਵਿਆਖਿਆ ਆਪ ਨਾਲ ਨਹੀਂ ਕਰਦਾ, ਜੋ ਬਚਨ ਹਨ ਸਰਵਣ ਕਰ ਲਓ। ਆਪ ਜੀ ਕਹਿੰਦੇ ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਜਕੜੇ ਹੋਏ ਹੱਥ ਪੈਰ ਜੰਜੀਰ ਦੇ ਨਾਲ ਖਲੋਤੇ ਨੇ ਗੰਗਾ ਦਰਿਆ ਦੇ ਕਿਨਾਰੇ। ਹੁਕਮ ਹੋਇਆ ਸੁੱਟ ਦਿਓ, ਪਰ ਸਾਧ ਸੰਗਤ ਨਿਰਭਉ ਜਪੈ ਸਗਲ ਭਉ ਬਿਟੈ। ਉਹਨੂੰ ਕੋਈ ਡਰ ਨਹੀਂ ਜਿਨੇ ਨਿਡਰ ਦਾ ਨਾਮ ਜਪਿਆ। ਜਿਨੇ ਨਾ ਡਰਨ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ, ਉਹ ਕਿਸ ਤਰ੍ਹਾਂ ਡਰ ਸਕਦਾ ਹੈ। ਇਸ ਕਰਕੇ ਆਪ ਜੀ ਕਹਿੰਦੇ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਮਨ ਵਿੱਚ ਡਰ ਨਹੀਂ ਤੇ ਤਨ ਕਿਉਂ ਲੱਗਾ ਕੰਬਣ। ਤਨ ਉੱਤੇ ਕੰਪਣਾ, ਸਾਧ ਸੰਗਤ ਥਰਥਰਾਹਟ ਹੋ ਹੀ ਨਹੀਂ ਸਕਦੀ, ਕਿਉਂਕਿ ਮਨ ਨਹੀਂ ਡਰਦਾ ਪਿਆ। ਮਨ ਤੇ ਇੱਕ ਦੇ ਭਰੋਸੇ ਵਿੱਚ ਪੱਕਾ ਬੱਝਾ ਪਿਆ, ਇਸ ਕਰਕੇ ਤਨ ਉੱਤੇ ਵੀ ਕੋਈ ਡਰ ਨਹੀਂ। ਆਪ ਜੀ ਕਹਿੰਦੇ ਹਨ, ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਕਹੇ ਕਬੀਰ ਉਹ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘੁਨਾਥ। ਉਹ ਤੇ ਬਚਾਉਂਦਾ ਹੈ ਨਾ, ਉਹ ਹਮੇਸ਼ਾ ਹੀ ਸਾਡੇ ਨਾਲ ਹੈ, ਪਾਣੀ ਵਿੱਚ ਵੀ ਧਰਤੀ ਦੇ ਉੱਪਰ ਹਰ ਜਗ੍ਹਾ ਬਚਾਉਂਦਾ ਹੈ। ਤੇ ਸਾਧ ਸੰਗਤ
ਉਹ ਰਖਵਾਲੀ ਕਰਦਾ ਹੈ ਭਗਤਾਂ ਦੀ, ਰਖਵਾਲਾ ਹੈ ਪਰਮਾਤਮਾ ਆਪਣੇ ਭਗਤਾਂ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਇੱਕ ਬਚਨ ਕਹਿੰਦੇ, ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਉਹ ਜੋ ਚਾਹੇ ਉਹ ਕਰ ਸਕਦਾ, ਉਹਦੇ ਭਗਤ ਜੋ ਚਾਹਣ ਉਹ ਕਰਦੇ ਹਨ। ਪਰ ਇੱਕ ਗੱਲ ਚੇਤੇ ਰੱਖਣਾ, ਜਿੱਥੇ ਕਰਾਮਾਤ ਦਾ ਰੌਲਾ ਪੈਂਦਾ ਹੈ, ਕਰਾਮਾਤ ਨਹੀਂ ਦਿਖਾਈ ਗੁਰੂ ਸਾਹਿਬ ਨੇ, ਭਗਤਾਂ ਨੇ ਕਰਾਮਾਤ ਨਹੀਂ ਦਿਖਾਈ, ਬੜਾ ਰੌਲਾ ਪੈਂਦਾ ਹੈ। ਸਾਧ ਸੰਗਤ ਕਰਾਮਾਤ ਦਿਖਾਈ, ਪਰ ਉੱਥੇ ਕਰਾਮਾਤ ਨਹੀਂ ਦਿਖਾਈ। ਇਹ ਨਿੱਕਾ ਜਿਹਾ ਪੁਆਇੰਟ ਹੈ, ਨਿੱਕਾ ਜਿਹਾ ਨੁਕਤਾ। ਉੱਥੇ ਕਰਾਮਾਤ ਨਹੀਂ ਦਿਖਾਈ ਜਿੱਥੇ ਕਿਸੇ ਆਖਿਆ ਦਿਖਾਓ ਕਰਾਮਾਤ, ਕਿਉਂਕਿ ਭਗਤ ਜਿਹੜੇ ਸਾਧ ਸੰਗਤ ਕਿਸੇ ਦੇ ਪਿਓ ਦੇ ਬੱਚੇ ਨੇ ਕਰਾਮਾਤ ਦਿਖਾਉਣ, ਪਰ ਦਿਖਾਈ ਧਰਮ ਦੇ ਵਾਸਤੇ ਦਿਖਾਈ, ਪਰਮਾਤਮਾ ਨੂੰ ਉੱਚਾ ਚੁੱਕਣ ਵਾਸਤੇ ਦਿਖਾਈ। ਇਸ ਗੱਲ ਤੋਂ ਮਨੱਕਰ ਨਹੀਂ ਹੋਇਆ ਜਾ ਸਕਦਾ। ਸਾਰਾ ਕੁਝ ਮੁੱਕਰਾਂਗੇ ਤੇ ਸਾਧ ਸੰਗਤ ਕੀ ਕਰਾਂਗੇ? ਬਿਦਰ ਦੇ ਵਿੱਚ ਜਿਹੜਾ ਨਾਨਕ ਝੀਰਾ ਹੈ, 500 ਸਾਲ ਤੋਂ ਉੱਤੇ ਹੋ ਗਏ, ਦਿਨ ਰਾਤ ਅੱਜ ਵੀ ਨਾਨਕ ਝੀਰਾ ਸਾਹਿਬ ਚੱਲਦਾ ਪਿਆ ਹੈ। ਪਰਮਾਤਮਾ ਦੇ ਹੱਥ 'ਤੇ ਸਭ ਕੁਝ, ਉਹ ਸਭ ਕੁਝ ਕਰ ਸਕਦਾ ਹੈ ਔਰ ਸਭ ਕੁਝ ਕਰਨ ਲਈ ਉਹ ਸਮਰੱਥ ਹੈ। ਮਹਾਰਾਜ ਕਹਿੰਦੇ, ਛੀਆਂ ਬਾਜਾਂ ਚਰਗਾਂ ਕੋਈਆਂ ਇਹਨਾਂ ਖਵਾਲੇ ਘਾਹ, ਘਾਹ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਜੇਤੇ ਜੀ ਜੀਵੈ ਲੈ ਸਾਹ। ਜਿੰਨੇ ਸੰਸਾਰ ਵਿੱਚ ਜੀਵ ਨੇ ਸਾਹ ਲੈ ਕੇ ਜੀਉ ਰਹੇ ਹਨ, ਪਰ ਜੇ ਪਰਮਾਤਮਾ ਚਾਹਵੇ ਉਹਦੀ ਮੌਜ ਵਰਤ ਜਾਏ ਤੇ ਸਾਹ ਤੋਂ ਬਿਨਾਂ ਵੀ ਜਿਉਂਦਿਆਂ ਰੱਖਦਾ। ਜੀਤੇ ਜੀ ਜੀਵੈ ਲੈ ਸਾਹ, ਜਿਵਾਲੇ ਤਾਂ ਕਿ ਅਸਾਹ। ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇ ਗਿਰਾ। ਉਹ ਸਮਰੱਥ ਹੈ, ਪਰ ਉਹਦੇ ਨਾਲ ਸਾਂਝ ਕੇਵਲ ਭਗਤ ਪਾਉਂਦੇ। ਗੁਰੂ ਕਲਗੀਧਰ ਪਿਤਾ ਨੂੰ ਜਿਸ ਵਕਤ ਆ ਖਿਦਰਾਣੇ ਦੀ ਢਾਬ ਆਉਂਦੀ ਹੈ, ਮੁਕਤਸਰ ਦਾ ਜੰਗ 40 ਮੁਕਤੇ ਉਸ ਜਗ੍ਹਾ ਦੇ ਉੱਪਰ ਧਰਮ ਦੇ ਲਈ ਸ਼ਹੀਦੀਆਂ ਪਾ ਕੇ ਜਗ੍ਹਾ ਹੋ ਗਈ ਸਾਧ ਸੰਗਤ ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ। ਇਸ ਤੋਂ ਪਹਿਲਾਂ ਕੁਝ ਲੋਕ ਆਣ ਕੇ ਮਹਾਰਾਜ ਨੂੰ ਮਿਲੇ, ਕਹਿੰਦੇ ਛੱਡੋ ਕੀ ਲੈਣਾ, ਜੰਗ ਜੁੱਧ ਇੰਨੇ ਜ਼ਿਆਦੇ, ਆਨੰਦਪੁਰ ਤੁਹਾਡੇ ਕੋਲੋਂ ਵਿਛੜ ਗਿਆ, ਕਿਲਾ ਕੋਲ ਕੋਈ ਨਹੀਂ, ਘੋੜਾ ਨਹੀਂ ਮਹਾਰਾਜ ਤੁਹਾਡੇ ਕੋਲ, ਫੌਜ ਨਹੀਂ, ਤੁਹਾਡਾ ਖਾਲਸਾ ਕੋਲ ਨਹੀਂ, ਸ਼ਸਤਰ ਨਹੀਂ, ਧਨ ਨਹੀਂ, ਕੁਝ ਵੀ ਕੋਲ ਨਹੀਂ ਮਹਾਰਾਜ। 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਹੁਣ ਕੀ ਲੈਣਾ ਲੜਾਈਆਂ ਤੋਂ, ਸੁਲਹ ਸਫਾਈ ਕਰੀਏ। ਮਹਾਰਾਜ ਕਹਿੰਦੇ ਸੁਲਹ ਸਫਾਈ ਨਹੀਂ ਕਰਨੀ, ਹੁਣ ਖਿਆਲ ਕਰਨਾ ਉੱਥੇ ਹੰਕਾਰ ਨਹੀਂ ਮਹਾਰਾਜ ਦਾ ਕਿ ਸੁਲਹ ਸਫਾਈ ਨਹੀਂ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਅਸਲ ਵਿੱਚ ਸੱਚ ਉੱਤੇ ਹਨ, ਕਿਉਂਕਿ ਸੱਚ ਦੀ ਗੱਲ ਹੈ। ਗੁਰੂ ਘਰ ਵਿੱਚ ਸੱਚ ਤੋਂ ਹੀ ਗੱਲ ਸ਼ੁਰੂ ਹੁੰਦੀ। ਆਦ ਸੱਚ ਜੁਗਾਦ ਸੱਚ ਹੈ ਪੀ, ਸੱਚ ਨਾਨਕ ਹੋਸੀ ਪੀ ਸੱਚ। ਅੱਜ ਨਹੀਂ ਸ਼ਸਤਰ ਰੱਖਣਾ, ਅੱਜ ਹਥਿਆਰ ਨਹੀਂ ਰੱਖਣਾ। ਕਿਉਂ? ਕਿਉਂਕਿ ਜੇ ਅੱਜ ਹਥਿਆਰ ਰੱਖ ਦਿੰਦੇ ਗੁਰੂ ਕਲਗੀਧਰ ਪਿਤਾ, ਫਿਰ ਤੇ ਇਹਦਾ ਮਤਲਬ ਦੁਸ਼ਟਤਾ ਕਮਾ ਰਿਹਾ ਤੇ ਮਹਾਰਾਜ ਨੇ ਪ੍ਰਵਾਨ ਕਰ ਲਈ, ਪ੍ਰਵਾਨ ਕਰ ਲਿਆ ਜ਼ਾਲਮ ਦਾ ਜ਼ੁਲਮ, ਔਰ ਕਹਿ ਦਿੱਤਾ ਮਾਨੋ ਹਥਿਆਰ ਰੱਖ ਕੇ ਵੀ ਤੂੰ ਜੋ ਜ਼ੁਲਮ ਕਰਦਾ ਹੈ ਮੈਂ ਤੇਰੇ ਨਾਲ ਟਾਕਰਾ ਨਹੀਂ ਕਰ ਸਕਦਾ, ਕਰੀ ਜਾ। ਪਰ ਨਹੀਂ, ਐਸਾ ਨਹੀਂ ਹੋ ਸਕਦਾ। ਖੈਰ ਸਮਾਪਤੀ ਕਰਨ ਲੱਗਾ, ਮਹਾਰਾਜ ਨੂੰ ਆਖਿਆ ਫਿਰ ਕਾਹਦੇ ਆਸਰੇ ਲੜੋਗੇ? ਹੁਣ ਆਪ ਜੀ ਵਿਚਾਰੋ ਕਿਹਦਾ ਆਸਰਾ ਹੁੰਦਾ ਹੈ ਭਗਤ ਨੂੰ? ਭਗਤ ਨੇ ਤੇ ਕਦੀ ਦੁਨੀਆ ਕੋਲੋਂ ਦੁਨੀਆ ਦਾ ਆਸਰਾ ਮੰਗਿਆ ਹੀ ਨਹੀਂ, ਉਹਨੂੰ ਆਸਰਾ ਇੱਕੋ ਦਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਈ ਐਸ਼ੋ ਅਰਸ਼। ਮਹਾਰਾਜ ਨੂੰ ਕਹਿੰਦੇ ਕੋਲ ਤੁਹਾਡੇ ਕੋਈ ਵੀ ਨਹੀਂ, ਕਿਹਦੇ ਨਾਲ ਲੜੋਗੇ? ਮਹਾਰਾਜ ਕਹਿੰਦੇ ਹੈ ਮੇਰੇ ਨਾਲ ਮੇਰਾ ਖੁਦਾ ਏ, ਮੈਂ ਖੁਦਾ ਦੇ ਆਸਰੇ ਲੜਾਂਗਾ। ਔਰ ਲੜਿਆ ਮਹਾਰਾਜ ਨੇ। ਸਾਧ ਸੰਗਤ ਦੀ ਲੜਾਈ ਵੀ ਐਸੀ ਹੀ ਲੜੀ, ਸਦਾ ਲਈ ਦੁਸ਼ਟਾਂ ਦਾ ਜ਼ਾਲਮਾਂ ਦੀ ਜੜ ਪੁੱਟ ਦਿੱਤੀ। ਸਤਿਗੁਰੂ ਮਹਾਰਾਜ ਸੱਚ ਲਈ ਲੜਦੇ ਹਨ, ਇਸ ਕਰਕੇ ਨਹੀਂ ਲੜਦੇ ਕਿ ਉਹਨਾਂ ਨੇ ਜ਼ਮੀਰ ਲਈ ਉਹਨਾਂ ਨੇ ਸਾਧ ਸੰਗਤ ਜਰ ਲਈ ਲੜਿਆ, ਜੋਰੂ ਲਈ ਲੜਿਆ, ਜ਼ਮੀਨ ਲਈ ਲੜਿਆ, ਨਹੀਂ, ਸੱਚ ਲਈ ਲੜਿਆ। ਇਸ ਕਰਕੇ ਗੁਰੂ ਕੇ ਯੁੱਧਾਂ ਨੂੰ ਆਖਿਆ ਜਾਂਦਾ ਧਰਮ ਯੁੱਧ, ਧਰਮ ਦੇ ਲਈ, ਧਰਮ ਦੇ ਲਈ ਜਿਉਂਦਾ ਹੈ ਪਰਮਾਤਮਾ ਦਾ ਭਗਤ। ਸਤਿਗੁਰੂ ਕਿਰਪਾ ਕਰਨ ਇਸ ਗੱਲ ਦੀ ਸਾਨੂੰ ਸਮਝ ਆਏ, ਧਰਮੀ ਸਭ ਤੋਂ ਵੱਡਾ ਹੈ। ਧਰਮ ਹੈ ਸਾਧ ਸੰਗਤ, ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਬਣਾਇਆ ਹੋਇਆ ਨਿਯਮ। ਉਸ ਨਿਯਮ ਨੂੰ ਉਹ ਸਮਝਦਾ ਜਿਹੜਾ ਰਤਿਆ ਹੋਇਆ ਪ੍ਰਭੂ ਦੇ ਨਾਮ ਦੇ ਅੰਦਰ। ਮਾਲਕ ਸਭਨਾ ਉੱਤੇ ਐਸੀ ਮਹਾਨ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਬੇਅੰਤ ਬੇਅੰਤ ਗਲਤੀਆਂ ਭੁੱਲਾਂ ਵਾਸਤੇ ਸਮੂਹ ਸੰਗਤ ਕੋਲੋਂ ਦੋਵੇਂ ਹੱਥ ਜੋੜ ਖਿਮਾ ਦਾ ਜਾਚਕਾਂ ਜੀ ਕਰੋ ਕਿਰਪਾ, ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤੋ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤੋ,
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਨਾਨਕ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।